जब तक ये फ़िरक़ेबाज़ लोग हैं ना, जब तक ये फ़िरक़े कायम हैं और दज्जाल ਨੂੰ ਤੁਹਾਡੇ ਆਪਣੇ ਫ਼ਿਰਕੇਬਾਜ਼ਾਂ ਨਾਲ ਲੜਨ ਦੀ ਜ਼ਰੂਰਤ ਹੀ ਨਹੀਂ ਤੀ। ਦज्जाल ਤੁਹਾਡੇ ਨਾਲ ਨਹੀਂ ਲੜ ਸਕਦਾ ਜਿਹੜੀ ਦੇਰ ਤੁਸੀਂ ਫ਼ਿਰਕੇਬਾਜ਼ ਹੋ, ਕਿਉਂਕਿ ਉਹ ਇਸ ਤਰੀਕੇ ਨਾਲ ਲੜ ਸਕਦਾ ਕਿਉਂਕਿ ਉਹਦਾ ਕੰਮ ਤਾਂ ਹੋ ਰਿਹਾ। ਉਹਨੂੰ ਤਾਂ ਜ਼ਰੂਰਤ ਹੀ ਨਹੀਂ ਹੈਗੀ ਤੁਹਾਡੇ ਨਾਲ ਕੋਈ ਗੱਲ ਕਰਨ ਦੀ, ਨਾ ਲੜਨ ਦੀ, ਨਾ ਝਗੜਨ ਦੀ, ਕਿਉਂਕਿ ਜਿਹੜਾ ਕੰਮ ਉਹਨੇ ਤੁਹਾਡੇ ਕਰਾਉਣਾ ਸੀ ਉਹ ਤੁਸੀਂ ਖੁਦ ਆਪੇ ਕਰ ਰਹੇ ਜੀ। ਇੱਕ ਦੂਜੇ ਨੂੰ ਕਾਫਰ ਆਖ ਰਿਹਾ ਜੀ, ਇੱਕ ਦੂਜੇ ਮਸਜਿਦ ਵਿੱਚ ਤੁਹਾਨੂੰ ਜਾਣਾ ਨਹੀਂ ਚਾਹੀਦਾ। ਠੀਕ ਹੈ, ਕੰਮ ਤਾਂ ਉਹ ਹੋ ਰਿਹਾ, ਅਦਲ ਇਨਸਾਫ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ, ਜੋ ਕਰਨਾ ਚਾਹੁੰਦੀ ਕੀਤੀ ਜਾ ਰਿਹਾ ਜੀ। ਔਰ ਉਹਨੂੰ ਆਉਣ ਦੀ ਜ਼ਰੂਰਤ ਨਹੀਂ ਜੀ। ਔਰ ਉਹ ਉਦੋਂ ਆਏਗਾ ਜਦੋਂ ਈਮਾਨ ਵਾਲੇ ਲੋਕ ਖੜੇ ਹੋਣਗੇ, ਉਦੋਂ ਦज्जाल ਸਾਹਮਣੇ ਆਏਗਾ। ਜਦੋਂ ਹੱਕ, ਜਿਹੜੇ ਲੋਕ ਆਪਣਾ ਹੱਕ ਨਹੀਂ ਲੈ ਸਕਦੇ, ਜਿਹੜੇ ਲੋਕ ਹੱਕ ਦੀ ਆਵਾਜ਼ ਨਹੀਂ ਉਠਾ ਸਕਦੇ, ਜਿਹੜੇ ਗਲਤ ਨੂੰ ਗਲਤ ਨਹੀਂ ਕਹਿ ਸਕਦੇ, ਸਹੀ ਨੂੰ ਸਹੀ ਨਹੀਂ ਕਹਿ ਸਕਦੇ, ਉਹ ਦज्जाल ਦਾ ਸਾਹਮਣਾ ਕਰ ਲੈਣਗੇ। दज्जाल ਕੋਲ ਤਾਂ ਬੜੀ ਤਾਕਤ ਹੈ। ਅੱਜ ਜਿੰਨੇ ਵੀ ਐਟਮੀ ਤਾਕਤਾਂ ਅੱਜ ਜੋ ਚੀਜ਼ਾਂ ਬਣ ਚੁੱਕੀਆਂ ਹਨ, ਇਹ ਸਾਰਾ ਕੁਝ ਇਸ ਮੁਸਲਮਾਨ ਕੌਮ ਤੇ ਹੀ ਤੋਂ ਨਾਜ਼ਮਾਨ ਹੈ। ਮੁਸਲਮਾਨ ਕੌਮ ਤੇ ਹੀ ਤੋਂ ਇਹ ਜ਼ੁਲਮ ਕਰਦੇ ਔਰ ਜ਼ੁਲਮ ਹੋ ਰਹੇ, ਕਿਸੇ ਨੂੰ ਕੋਈ ਫਰਕ ਹੀ ਨਹੀਂ ਦਾ। ਮੇਰੀਆਂ ਗੱਲਾਂ ਤੁਹਾਨੂੰ ਚੰਗੀਆਂ ਤਾਂ ਨਹੀਂ ਲੱਗਦੀਆਂ, ਮੈਨੂੰ ਪਤਾ ਹੈ ਕਿ ਤੁਹਾਨੂੰ ਜੇ ਅਗਰ ਚੰਗੀਆਂ ਲੱਗਣ ਤਾਂ ਮੇਰੀ ਵੀਡੀਓ ਅੱਗੇ ਤਾਂ ਅੱਗੇ ਜਾਵੇ, ਲੇਕਿਨ ਨਹੀਂ ਚੰਗੀਆਂ ਲੱਗਦੀਆਂ। ਲੇਕਿਨ ਕਿਹੜਾ ਕੋਈ 100-150 ਬੰਦਾ ਮੈਨੂੰ ਵੇਖਦਾ, ਚਲੋ ਉਹ ਤਾਂ ਵੇਖਦਾ, ਉਹ ਵੀ ਵੇਖਣਾ ਛੱਡ ਜਾਵਾਂ ਤਾਂ ਚਲੋ ਮੈਂ ਵੀਡੀਓ ਬਣਾਉਣੀ ਛੱਡ ਦਿਆਂਗਾ। ਠੀਕ ਹੈ, दज्जाल ਦਾ ਸਾਹਮਣਾ ਜਦੋਂ ਇਹ ਮੁਸਲਮਾਨ ਇੱਕ ਹੋ ਜਾਣਗੇ ਉਦੋਂ दज्जाल ਸਾਹਮਣੇ ਆਏਗਾ। ਉਦੋਂ ਇਹ ਐਟਮਾਂ ਚੱਲਣੀਆਂ, ਐਟਮਾਂ ਤਾਕਤਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਉਹਨੂੰ ਸਾਹਮਣੇ ਆਉਣ ਦੀ ਜ਼ਰੂਰਤ ਵੀ ਨਹੀਂ ਸੀ, ਕਿਉਂਕਿ ਉਹਦੇ ਕਰਿੰਦੇ ਨੁਮਾਇੰਦੇ ਸਾਰੇ ਇੱਥੇ ਮੌਜੂਦ ਹਨ। ਠੀਕ ਹੈ, ਜਿਹੜੇ ਇਸਲਾਮ ਮੁਨਾਫਕੀਨ ਜਿਹੜੀ ਹੈ ਉਹ ਤਾਦਾਦ ਬਹੁਤ ਜ਼ਿਆਦਾ ਹੈ। ਔਰ ਨਾ ਤੁਹਾਨੂੰ ਪਤਾ ਹੈ ਮੁਨਾਫਕ ਕਿਹੜਾ ਤੇ ਨਾ ਹੀ ਮੈਨੂੰ ਪਤਾ ਹੈ ਮੁਨਾਫਕ ਕਿਹੜਾ। ਮੁਨਾਫਕ ਆਪਣੇ ਵਿੱਚ ਹੈਗਾ। ਠੀਕ ਹੈ, ਆਪਾਂ ਨੂੰ ਨਹੀਂ ਪਤਾ ਲੱਗਣਾ ਕਿ ਮੁਨਾਫਕ ਕਿਹੜਾ ਹੈ। ਉਹਨਾਂ ਮੁਨਾਫਕਾਂ ਦੇ ਜ਼ਰੀਏ ਮੁਸਲਮਾਨਾਂ ਨੂੰ ਖਤਮ ਕਰਨਾ, ਔਰ ਉਹਨਾਂ ਕੋਲ ਇੰਨੀ ਤਾਕਤ ਹੈ ਕਿ ਤੁਹਾਨੂੰ ਮਾਰ ਵੀ ਦੇਗਾ। ਠੀਕ ਹੈ, ਆ ਜਿਹੜੀ ਐਟਮਾਂ ਤਾਕਤਾਂ ਬਣੀਆਂ ਨਾ, ਜਿਹੜੀ ਵੀ ਹੈਗੀ ਉਹ ਉਹਦੇ ਵਾਸਤੇ ਬਣਾਈ ਗਈ, ਕਿਉਂਕਿ ਉਹਨਾਂ ਜਿਹਨੂੰ ਚਾਹਵੇਗਾ ਖ਼ਤਮ ਕਰ ਦੇਗਾ। ਉਹਨੇ ਸਿਰਫ ਬਹਿ ਦੇ ਆਰਡਰ ਹੀ ਚਲਾਉਣਾ ਹੈ। ਉਹਦੇ ਫਿਤਨੇ 'ਚ ਪੂਰੀ ਮੁਸਲਮਾਨ ਕੌਮ ਹੈ, ਮੁਸਲਮਾਨਾਂ ਨੂੰ ਉਹਨੇ ਟਾਰਗੇਟ ਕਰਨਾ ਹੈ, ਹੋਰ ਕਿਸੇ ਨੂੰ ਟਾਰਗੇਟ ਕਰਨ ਦੀ ਜ਼ਰੂਰਤ ਨਹੀਂ ਹੈ। ਲੇਕਿਨ ਉਹ ਅੱਜ ਤੁਹਾਨੂੰ ਟਾਰਗੇਟ ਆਪਾਂ ਮੁਸਲਮਾਨਾਂ ਨੂੰ ਇਸ ਗੱਲੋਂ ਨਹੀਂ ਕਰ ਰਹੇ ਕਿਉਂਕਿ ਆਪਾਂ ਖੁਦ ਫਿਤਨੇ ਹੀ ਬੜੇ ਹੋਏ, ਆਪਾਂ ਖੁਦ ਇੱਕ ਦੂਜੇ ਦੇ ਦੁਸ਼ਮਣ ਬਣੇ ਹੋਏ, ਉਹਨੂੰ ਲੜਨ ਦੀ ਜ਼ਰੂਰਤ ਨਹੀਂ ਦੀ। ਔਰ ਜਦੋਂ ਆਪਾਂ ਇੱਕ ਹੋਵਾਂਗੇ ਫਿਰ ਉਹ ਸਾਹਮਣੇ ਆਏਗਾ। ਫਿਰ ਇਹ ਐਟਮੀ ਤਾਕਤਾਂ ਸਾਰੀਆਂ ਆਪਣੇ 'ਤੇ ਚੱਲਦੀਆਂ, ਅੱਜ ਨਹੀਂ ਚੱਲਦੀਆਂ। ਜਿਹੜੀ ਦੇਰ ਫਿਰਕਿਆਂ ਵਿੱਚ ਹੈਗੇ ਆਪਾਂ ਇਸ ਤਰੀਕੇ ਦੀ ਜ਼ਿੰਦਗੀ ਗੁਜ਼ਾਰ ਰਹੇ, ਉਨੀ ਦੇਰ ਆਪਣੇ 'ਤੇ ਕੁਛ ਵੀ ਨਹੀਂ ਦਾ। ਆਪਾਂ ਨਾ ਇਨਸਾਫੀ ਦੇ ਅੱਗੂ ਇਨਸਾਫ ਦੀ ਖਾਤਰ ਬੋਲ ਨਹੀਂ ਸਕਦੇ, ਕੁਛ ਕਰ ਨਹੀਂ ਸਕਦੇ। ਲੇਕਿਨ ਅੱਲਾਹ ਤਾਲਾ ਨੇ ਮੋਮਨਾਂ ਵਾਸਤੇ ਇੱਕ ਨਿਸ਼ਾਨੀ ਭੇਜੀ ਕਿ ਤੁਹਾਡੀ ਜਾਨ ਅੱਲਾਹ ਤੋਂ ਬਗੈਰ ਤੁਹਾਡੀ ਕੋਈ ਮਾਰ ਨਹੀਂ ਸਕਦਾ। ਠੀਕ ਹੈ, ਜਦੋਂ ਅੱਲਾਹ ਚਾਹੇਗਾ ਉਦੋਂ ਤੁਸੀਂ ਮਰੋਗੇ। ਜ਼ਿੰਦਗੀ ਮੌਤ ਅੱਲਾਹ ਦੇ ਹੱਥ ਵਿੱਚ, ਇਹ ਈਮਾਨ ਵਾਲਿਆਂ ਵਾਸਤੇ। ਔਰ ਜਿਹੜਾ ਅੱਲਾਹ 'ਤੇ ਭਰੋਸਾ ਰੱਖਦਾ ਔਰ ਯਕੀਨ ਰੱਖਦਾ ਉਹ ਹੀ ਬੋਲ ਸਕਦਾ। ਜਿਨ੍ਹਾਂ ਨੂੰ ਦੁਨਿਆਵੀ ਗੱਲਾਂ ਦਾ ਡਰ ਹੈ, ਖੌਫ ਹੈ, ਉਹ ਕਦੇ ਵੀ ਨਹੀਂ ਬੋਲੇਗਾ। ਉਹਨੂੰ ਆਪਣੀ ਜਾਨ ਨਾਲ ਵੀ ਪਿਆਰ, ਉਹਨੂੰ ਆਪਣੀ ਦੌਲਤ ਨਾਲ ਵੀ ਪਿਆਰ, ਉਹਨੂੰ ਸਾਰਾ ਕੁਝ ਪਿਆਰ। ਲੇਕਿਨ ਜੋ ਇੱਕ ਅੱਲਾਹ ਦੀ ਇਬਾਦਤ ਕਰਦਾ ਹੈ, ਅੱਲਾਹ 'ਤੇ ਭਰੋਸਾ ਰੱਖਦਾ ਹੈ, ਉਹ ਬੋਲੇਗਾ ਵੀ, ਉਹ ਮਰੇਗਾ ਵੀ, ਉਹ ਮਾਰੇਗਾ ਵੀ, ਉਹ ਅੱਲਾਹ ਦੀ ਖਾਤਰ ਜਹਾਦ ਵੀ ਲੜੇਗਾ। ਠੀਕ ਹੈ, ਲੇਕਿਨ ਜਹਾਦ ਇਹ ਨਹੀਂ ਹੈ ਕਿ ਇਕੱਲਾ ਤਲਵਾਰ ਲੈ ਕੇ ਨਿਕਲ ਜਾਣਾ ਮਾਰਨਾ। ਜਹਾਦ ਉਹ ਨਹੀਂ ਹੈ। ਜਹਾਦ ਹੈਗਾ
ਇਸਲਾਮ ਹੱਕ ਬਿਆਨ ਕਰਨਾ ਇਹ ਵੀ ਜਹਾਦ ਹੈ। ਸੱਚੀ ਗੱਲ ਦੱਸਣਾ ਇਹ ਵੀ ਜਹਾਦ ਹੈ। ਅੱਲਾ ਦੀ ਰਜ਼ਾ, ਅੱਲਾ ਦੀ ਪਾਕੀ ਬੋਲਣਾ ਇਹ ਵੀ ਜਹਾਦ ਹੈ। ਜੋ ਨਬੀ ਪਾਕ ਨੇ ਕਾਨੂੰਨ ਬਣਾਇਆ ਹੈ ਉਹਦੇ ਉਸ ਕਾਨੂੰਨ ਦੇ ਮੁਤਾਬਕ ਬੋਲਣਾ ਇਹ ਵੀ ਜਹਾਦ ਹੈ। ਠੀਕ ਹੈ। ਅੱਜ ਆਪਾਂ ਜੰਜਾਲ ਦਾ ਸਾਹਮਣਾ ਨਹੀਂ ਕਰ ਸਕਦੇ, ਉਹ ਆਪਾਂ ਇਸ ਵਜ੍ਹਾ ਤੋਂ ਨਹੀਂ ਕਰ ਸਕਦੇ, ਆਪਾਂ ਕਿਉਂਕਿ ਉਹਦੇ ਕੋਲ ਤਾਕਤ ਹੈ, ਐਟਮੀ ਤਾਕਤ ਹੈ, ਉਹਦੇ ਕੋਲ ਬੜਾ ਕੁਛ ਹੈ। ਉਹਨੇ ਤੇ ਬਹਿ ਤੇ ਆਦਾ ਹੁਕਮ ਹੀ ਜਾਰੀ ਕਰਨਾ ਔਰ ਕੰਮ ਉਹਦਾ ਹੋ ਜਾਣਾ। ਆਈ ਸਮਝ। ਲੇਕਿਨ ਆਪਣੇ ਕੋਲ ਇਹ ਹੀ ਤਾਕਤ ਹੈ, ਆਪਾਂ ਇਸਲਾਮ ਦੀ ਆਵਾਜ਼ ਬੁਲੰਦ ਕਰ ਸਕਦੇ, ਆਪਾਂ ਫਿਰਕੇਬਾਜ਼ੀ ਖਤਮ ਕਰ ਦੀ। ਜਿਸ ਦਿਨ ਇਹ ਫਿਰਕੇਬਾਜ਼ੀ ਖਤਮ ਹੋ ਗਈ ਉਸ ਦਿਨ ਉਹਦਾ ਜ਼ੁਲਮ ਸ਼ੁਰੂ ਹੋ ਜਾਣਾ ਮੁਸਲਮਾਨਾਂ 'ਤੇ। ਉਨੀ ਦੇਰ ਉਹਦਾ ਜ਼ੁਲਮ ਨਹੀਂ ਜਾਰੀ ਹੋਵੇਗਾ ਕਿ ਜਿੰਨੀ ਦੇਰ ਉਹਦਾ ਕੰਮ ਹੋ ਰਿਹਾ ਹੈ ਉਨੀ ਦੇਰ ਉਹ ਚੁੱਪ ਹੈ। ਜਦੋਂ ਇਹ ਫਿਰਕੇਬਾਜ਼ੀ ਖਤਮ ਹੋਵੇਗੀ ਉਦੋਂ ਆਦਾ ਜ਼ੁਲਮ ਵਿਖਾਵੇਗਾ, ਉਦੋਂ ਆਪਣੀ ਆਦੀ ਸ਼ਕਲ ਅਸਲ ਵਿਖਾਵੇਗਾ। ਅੱਜ ਉਹਨੂੰ ਸ਼ਕਲ ਵਿਖਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਉਹਦਾ ਕੰਮ ਤਾਂ ਬੈਠੇ ਬਿਠਾਇਆ ਹੋ ਰਿਹਾ। ਅੱਜ ਅਸੀਂ ਮੁਸਲਮਾਨ ਇੱਕ ਦੂਏ ਨੂੰ ਕਾਫਰ ਆਖੀ ਜਾਂਦੇ, ਇੱਕ ਦੂਏ ਨਾਲ ਲੜੀ ਜਾ ਰਹੇ, ਇੱਕ ਦੂਏ ਨਾਲ ਝਗੜੀ ਜਾ ਰਹੇ। ਅਸੀਂ ਆਪਸ ਵਿੱਚ ਹੀ ਇੱਕ ਦੂਏ ਨਾਲ ਇਤਫਾਕ ਨਹੀਂ ਹੈਗਾ। ਅਸੀਂ ਮੁਸਲਮਾਨ ਮੁਲਕ ਹੈਗੇ ਨੇ, ਠੀਕ, ਫੌਜ ਹੈਗੀ, ਹਕੂਮਤ ਹੈਗੀ, ਹਰ ਸ਼ੈ ਮੌਜੂਦ ਹੈ, ਲੇਕਿਨ ਅਸੀਂ ਇਸ਼ਾਰੇ ਉਹਦੇ 'ਤੇ ਚੱਲਦੇ ਪਏ। ਸਾਨੂੰ ਉਹਦੇ ਬਗੈਰ ਅਸੀਂ ਟੁਰ ਨਹੀਂ ਸਕਦੇ। ਸਾਡੀ ਹੁਕੂਮਤਾਂ ਉਹਨਾਂ ਦੇ ਬਗੈਰ ਕਦਮ ਨਹੀਂ ਉਠਾ ਸਕਦੀਆਂ। ਤੇ ਵਜ੍ਹਾ ਇਹ ਹੀ ਹੈ ਨਾ ਕਿ ਅਸੀਂ ਦਜਾਲ ਦੇ ਫਿਤਨੇ ਵਿੱਚ, ਸਾਨੂੰ ਡਰ ਹੈ ਦਜਾਲ ਦਾ। ਅੱਲਾ ਦਾ ਡਰ ਖਤਮ ਹੋ ਗਿਆ, ਦਜਾਲ ਦਾ ਡਰ ਪੈਦਾ ਹੋ ਗਿਆ, ਕਿਉਂਕਿ ਉਹ ਤਾਕਤ ਤੁਹਾਨੂੰ ਨਜ਼ਰ ਆਉਂਦੀ। ਔਰ ਅੱਲਾ ਦਾ ਜਿਹੜਾ ਯਕੀਨ ਰੱਖਦਾ ਉਹਨੂੰ ਆਖਰਤ ਨਜ਼ਰ ਆਉਂਦੀ। ਵੇਖ ਲਓ ਕਿਹੜਾ ਫੈਸਲਾ ਕਰਨਾ ਜੀ। ਦਜਾਲ ਨਾਲ ਲੜੋਗੇ ਤੇ ਦੁਨੀਆ ਛੱਡਣੀ ਪੈਣੀ, ਵੈਸੇ ਵੀ ਛੱਡਣੀ। ਜ਼ਿੰਦਗੀ ਮੌਤ ਅੱਲਾ ਦੇ ਹੱਥ ਵਿੱਚ। ਜੋ ਅੱਲਾ ਦੇ ਯਕੀਨ ਰੱਖਦਾ ਹੈ, ਭਰੋਸਾ ਰੱਖਦਾ ਹੈ, ਉਹ ਹੀ ਲੜੇਗਾ, ਉਹ ਹੀ ਸਾਹਮਣਾ ਕਰੇਗਾ। ਜਿਹੜਾ ਦੁਨੀਆ ਤੋਂ ਡਰਦਾ ਹੈ, ਜੋ ਜੰਜਾਲ ਤੋਂ ਡਰਦਾ ਹੈ, ਉਹ ਉਹਦੇ ਮੁਤਾਬਕ ਹੀ ਚੱਲੇਗਾ, ਉਹ ਕਿਸੇ ਸਿੱਧੀ ਲਾਈਨ 'ਤੇ ਨਹੀਂ ਚੱਲੇਗਾ। ਔਰ ਜਿਸ ਦਿਨ ਮੈਂ ਇੱਕ ਤੁਹਾਡੇ ਨਾਲ ਵਾਅਦਾ ਕਰਨਾ, ਜਿਸ ਦਿਨ ਇਹ ਫਿਤਨਾਬਾਜ਼ੀ ਖਤਮ ਹੋ ਗਈ, ਇਹ ਫਿਰਕੇਬਾਜ਼ੀ ਖਤਮ ਹੋ ਗਈ, ਉਸ ਦਿਨ ਦਜਾਲ ਆਪਣਾ ਆਦੀ ਸ਼ਕਲ ਵਿਖਾਵੇਗਾ, ਔਰ ਤੁਹਾਡੇ ਸਾਹਮਣੇ ਆਏਗਾ ਔਰ ਆਪਣੀ ਤਾਕਤ ਦਾ ਮੁਜ਼ਾਹਰਾ ਕਰੇਗਾ। ਲੇਕਿਨ ਜਿੰਨੀ ਦੇਰ ਤੁਸੀਂ ਇਸੇ ਤਰੀਕੇ 'ਚ ਹੈਗੇ ਜੀ, ਇਹ ਫਿਰਕੇਬਾਜ਼ੀ ਹੈਗੇ ਜੀ, ਇਸੇ ਤਰੀਕੇ ਹੀ ਜਿੰਨੀ ਦੇਰ ਹੈਗੇ ਜੀ, ਉਨੀ ਦੇਰ ਤੁਹਾਨੂੰ ਉਹਦੀ ਸ਼ਕਲ ਨਜ਼ਰ ਨਹੀਂ ਆਏਗੀ ਔਰ ਤੁਸੀਂ ਉਹਦੇ ਫਿਤਨੇ 'ਚ ਹੀ ਜਾਰੀ ਰਹੋਗੇ। ਔਰ ਤੁਸੀਂ ਆਪਣੇ ਆਪ ਨੂੰ ਉਹਦੇ ਫਿਤਨੇ ਤੋਂ ਬਚਾ ਨਹੀਂ ਸਕਦੇ ਜੀ। ਜਦੋਂ ਇੱਕ ਹੋਵੇਗਾ ਉਦੋਂ ਉਹਦੀ ਸ਼ਕਲ ਨਜ਼ਰ ਆਏਗੀ, ਉਦੋਂ ਤੁਸੀਂ ਸਾਹਮਣਾ ਕਰਨ ਦੀ ਤਾਕਤ ਵੀ ਤੁਹਾਡੇ 'ਚ ਆਏਗੀ, ਉਦੋਂ ਤੁਸੀਂ ਸਾਹਮਣਾ ਵੀ ਕਰੋਗੇ। ਜਜ਼ਾਕ ਅੱਲਾ ਜੀ।